ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਆਪਾਂ ਰੂਪਧਾਰਾ ਨਾਵਲ ਦਾ ਦੂਸਰਾ ਲੈਕਚਰ ਲੈ ਕੇ ਆਏ ਹਾਂ। ਇਸ ਲੈਕਚਰ ਦੇ ਵਿੱਚ ਆਪਾਂ ਨਾਵਲ ਦੀ ਕਹਾਣੀ ਅੱਗੇ ਕਰਾਂਗੇ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਯਾਦ ਕਰਵਾਉਣਾ ਚਾਹੁੰਦਾ ਕਿ ਬੂੜ ਸਿੰਘ ਦੀ ਬਦਲੀ ਹੈ ਜਿਹੜੀ ਉਹ ਸਰਹੰਦ ਡਿਵੀਜ਼ਨ ਦੀ ਹੋ ਜਾਂਦੀ ਹੈ। ਉਹ ਆਪਣੇ ਪਰਿਵਾਰ ਨਾਲ ਰਹਿਣ ਦੇ ਲਈ ਨੂਰਪੁਰ ਆ ਪਹੁੰਚਦਾ ਹੈ, ਜਿੱਥੇ ਕਿ ਉਹਦੀ ਪਤਨੀ ਅਤੇ ਉਸਦੀ ਧੀ ਰਹਿੰਦੇ ਨੇ, ਪਰ ਉਹ ਉਹਨਾਂ ਨੂੰ ਬਿਲਕੁਲ ਵੀ ਬੁਲਾਉਣਾ ਪਸੰਦ ਨਹੀਂ ਕਰਦਾ ਅਤੇ ਕੁਦਰਤੀ ਤੌਰ 'ਤੇ ਜਿਹੜੀ ਉਸ ਮਾਸੂਮ ਦੇ ਪ੍ਰਤੀ ਖਿੱਚ ਹੈ ਉਹ ਕਿਤੇ ਨਾ ਕਿਤੇ ਬੂੜ ਸਿੰਘ ਦੇ ਚਿਹਰੇ ਤੋਂ ਝਲਕ ਪੈਂਦੀ ਹੈ। ਹਾਂਜੀ, ਕਹਾਣੀ ਅੱਗੇ ਸ਼ੁਰੂ ਕਰਦੇ ਹਾਂ। ਇਹਨਾਂ ਘਟਨਾਵਾਂ ਨੇ ਉਸ ਨੂੰ ਯਕੀਨ ਕਰਵਾ ਦਿੱਤਾ ਸੀ ਕਿ ਹਾਲਾਤ ਉਸ ਨੂੰ ਅੱਗੇ ਵਧਾਉਣ ਦੀ ਥਾਂ ਪਿੱਛਾ ਖਿੱਚ ਰਹੇ ਹਨ। ਉਸ ਨੂੰ ਯਕੀਨ ਹੋ ਰਿਹਾ ਸੀ ਕਿ ਜ਼ਿੰਦਗੀ ਵਿੱਚ ਹਸੀਨ ਸੁਪਨੇ ਤੋਂ ਬਿਨਾਂ ਸਹੀ ਅਰਥਾਂ ਵਿੱਚ ਠੋਸ ਜੰਜਾਲ ਹੈ, ਜਿਸ ਵਿੱਚ ਮਜਬੂਰਨ ਜਿਉਣਾ ਪੈਂਦਾ ਹੈ। ਜਦੋਂ ਉਸਨੇ ਮਾਲਣ ਨੂੰ ਕਿਹਾ ਕਿ ਉਸਨੇ ਉਸ ਨੂੰ ਕਿਹਾ ਸੀ ਕਿ ਉਹ ਨਾ ਆਵੇ, ਪਰ ਫਿਰ ਵੀ ਉਹ ਇੱਥੇ ਆ ਗਈ, ਮਾਲਣ ਨੂੰ ਉਸਦੇ ਸ਼ਬਦਾਂ ਵਿੱਚ ਪਹਿਲਾਂ ਵਰਗੀ ਸਖਤੀ ਨਾ ਦਿਸੀ। ਉਸਨੇ ਉੱਤਰ ਦਿੱਤਾ ਕਿ ਜਦੋਂ ਉਸਦੇ ਭਰਾ ਅਤੇ ਭਰਜਾਈ ਮਰ ਗਏ ਸਨ ਤਾਂ ਉਹ ਬੱਚੀ ਨੂੰ ਚੁੱਕ ਕੇ ਹੋਰ ਕਿੱਥੇ ਜਾ ਸਕਦੀ ਸੀ। ਉਸ ਨੂੰ ਦੁੱਖ ਸੀ ਕਿ ਬੂੜ ਸਿੰਘ ਨੇ ਉਸਦੇ ਭਰਾ ਅਤੇ ਭਰਜਾਈ ਦੀ ਮੌਤ ਦਾ ਜ਼ਰਾ ਵੀ ਦੁੱਖ ਪ੍ਰਗਟ ਨਹੀਂ ਸੀ ਕੀਤਾ। ਮਾਲਣ ਨੇ ਕਿਹਾ ਕਿ ਉਸਨੇ ਅੱਗੇ ਪਿੱਛੇ ਇੱਥੇ ਹੀ ਆਉਣਾ ਸੀ, ਇਸੇ ਕਰਕੇ ਉਹ ਜੋ ਚਾਹੁੰਦਾ ਹੈ ਉਹ ਕਰ ਲਵੇ ਅਤੇ ਉਸ ਦਾ ਫਿਕਰ ਨਾ ਕਰੇ। ਉਹ ਜੋ ਮਰਜ਼ੀ ਉਸ ਤੋਂ ਲਿਖਵਾ ਲਵੇ, ਪਰ ਉਹ ਇਹ ਘਰ ਛੱਡ ਕੇ ਹੋਰ ਕਿਤੇ ਨਹੀਂ ਜਾਵੇਗੀ। ਉਸ ਦੇ ਹੰਝੂ ਨਾ ਰੁਕੇ, ਪਰ ਉਹ ਹਰ ਰੋਜ਼ ਦਾ ਝੇੜਾ ਮੁਕਾ ਦੇਣਾ ਚਾਹੁੰਦੀ ਸੀ। ਬੂੜ ਸਿੰਘ ਨੂੰ ਅਨਪੜ੍ਹ ਮਾਲਣ ਤੋਂ ਇੰਨੀਆਂ ਖਰੀਆਂ ਅਤੇ ਸਪਸ਼ਟ ਗੱਲਾਂ ਦੀ ਆਸ ਨਹੀਂ ਸੀ। ਉਸਨੇ ਮਾਲਣ ਨੂੰ ਸੋਚਣ ਲਈ ਕਿਹਾ, ਪਰ ਉਹ ਆਪਣੇ ਇਰਾਦੇ ਉੱਤੇ ਕਾਇਮ ਸੀ। ਬੂੜ ਸਿੰਘ ਨੇ ਪਹਿਲੀ ਵਾਰੀ ਮਾਲਣ ਦੇ ਹੱਥੋਂ ਹਾਰ ਅਨੁਭਵ ਕੀਤੀ। ਉਹ ਸਾਰੀ ਰਾਤ ਬੇਚੈਨ ਰਿਹਾ। ਉਸਦੀ ਸੋਚ ਕੰਮ ਨਹੀਂ ਸੀ ਕਰ ਰਹੀ। ਉਹ ਜਿੰਨੇ ਦਿਨ ਪਿੰਡ ਰਿਹਾ, ਮਾਲਣ ਤੋਂ ਕੱਟਿਆ ਰਿਹਾ ਅਤੇ ਉਸਦੇ ਮਨ ਵਿੱਚ ਗੁੱਸੇ ਦੀ ਥਾਂ ਚਿੰਤਾ ਵਧਣ ਲੱਗੀ। ਮਾਲਣ ਤੋਂ ਚੋਰੀ ਉਹ ਕੁੜੀਆਂ ਨੂੰ ਨਫ਼ਰਤ ਅਤੇ ਪਿਆਰ ਦੀਆਂ ਮਿਲਦੀਆਂ ਨਜ਼ਰਾਂ ਨਾਲ ਤੱਕਦਾ, ਪਰੰਤੂ ਅੰਤ ਵਿੱਚ ਪਿਆਰ ਭਾਰੂ ਹੋ ਜਾਂਦਾ। ਉਹ ਜਾਣ ਤੋਂ ਪਹਿਲਾਂ ਮਾਲਣ ਨੂੰ ਬੁਲਾਉਣਾ ਚਾਹੁੰਦਾ ਸੀ। ਉਸਦੇ ਜਾਣ ਤੋਂ ਪਹਿਲੀ ਸ਼ਾਮ ਜਦੋਂ ਘਰ ਕੋਈ ਨਹੀਂ ਸੀ ਤਾਂ ਸਵਾਤ ਵਿੱਚ ਸੁੱਤੀ ਪਈ ਜਗਰੂਪ ਉਸ ਨੂੰ ਇਸ ਤਰ੍ਹਾਂ ਪ੍ਰਤੀਤ ਹੋਈ ਜਿਵੇਂ ਸੂਹਾ ਗੁਲਾਬ ਲਹਿਰਾ ਰਿਹਾ ਹੋਵੇ। ਉਸਨੇ ਬੱਚੀ ਨੂੰ ਜ਼ਿੰਦਗੀ ਭਰ ਕਦੀ ਇੰਨਾ ਨੇੜਿਓਂ ਨਹੀਂ ਸੀ ਤੱਕਿਆ। ਸੁੰਦਰਤਾ, ਕੋਮਲਤਾ ਅਤੇ ਸੁਗੰਧੀ ਨੇ ਪਿਆਰ ਦਾ ਰੂਪ ਧਾਰ ਲਿਆ। ਉਸਨੇ ਉਸ ਨੂੰ ਚੁੱਕ ਕੇ ਛਾਤੀ ਨਾਲ ਲਾਉਣਾ ਚਾਹਿਆ, ਪਰ ਐਨ ਮੌਕੇ ਉੱਤੇ ਮਾਲਣ ਉੱਥੇ ਆ ਗਈ। ਉਸਨੇ ਜਗਰੂਪ ਨੂੰ ਚੁੱਕ ਕੇ ਬੂੜ ਸਿੰਘ ਦੀਆਂ ਬਾਹਾਂ ਵਿੱਚ ਦੇ ਦਿੱਤਾ। ਬੂੜ ਸਿੰਘ ਨੂੰ ਕੁਝ ਨਹੀਂ ਸੀ ਸੂਝ ਰਿਹਾ। ਉਸਨੇ ਕੁੜੀ ਦੇ ਸੁਹੱਪਣ ਦੀ ਪ੍ਰਸ਼ੰਸਾ ਕੀਤੀ। ਇਸ ਗੱਲ ਨਾਲ ਮਾਲਣ ਇੱਕਦਮ ਹੌਲੀ ਜਿਹੀ ਹੋ ਗਈ। ਬੂੜ ਸਿੰਘ ਸ਼ਰਮਿੰਦਾ ਸੀ, ਪਰ ਉਸ ਦਾ ਹੰਕਾਰੀ ਗੁੱਸਾ ਅਜੇ ਵੀ ਖਲਲ ਪਾ ਰਿਹਾ ਸੀ। ਪਰ ਅੱਜ ਦੀ ਰਾਤ ਮਾਲਣ ਲਈ ਸਹੀ ਅਰਥਾਂ ਵਿੱਚ ਸੁਹਾਗ ਰਾਤ ਬਣ ਗਈ ਸੀ। ਇਸ ਵਾਰੀ ਮਾਲਣ ਨੇ ਮੁੰਡੇ ਨੂੰ ਜਨਮ ਦਿੱਤਾ। ਬੂੜ ਸਿੰਘ ਨੇ ਹਾਰ ਹੰਭ ਕੇ ਹਥਿਆਰ ਸੁੱਟ ਦਿੱਤੇ ਅਤੇ ਮਾਲਣ ਮੁੜ ਘਰ ਦੀ ਪੂਰੀ ਮਾਲਕਣ ਬਣ ਗਈ ਸੀ। ਬੂੜ ਸਿੰਘ ਦੀ ਅਯਾਸ਼ੀ ਵੀ ਘਟ ਚੁੱਕੀ ਸੀ, ਪਰ ਸ਼ਰਾਬ ਉਸਦੀ ਆਦਤ ਬਣ ਗਈ। ਮਾਲਣ ਕਬੀਲਦਾਰੀ ਦਾ ਖਿਆਲ ਕਰਕੇ ਉਸ ਤੋਂ ਚੋਰੀ ਕੁਝ ਜੋੜਨ ਵੀ ਲੱਗ ਪਈ ਸੀ। ਸਤਵੰਤ ਦੂਜੀ ਜਮਾਤ ਵਿੱਚ ਪੜ੍ਹਦੀ ਸੀ ਅਤੇ ਜਗਰੂਪ ਉਸਦੇ ਨਾਲ ਜਾਣ ਦੀ ਜਿੱਦ ਕਰਦੀ ਹੁੰਦੀ ਸੀ। ਮਾਲਣ ਨੇ ਸਿਲਾਈ ਮਸ਼ੀਨ ਖਰੀਦ ਕੇ ਕੱਪੜੇ ਸਿਉਂ ਕੇ ਪੈਸਿਆਂ ਦੀ ਬੱਚਤ ਕਰਨੀ ਸ਼ੁਰੂ ਕਰ ਦਿੱਤੀ। ਹਰਨੇਕ ਭੰਗੂੜੇ ਵਿੱਚ ਪਿਆ ਟਾਰਾਂ ਦਿੰਦਾ ਰਹਿੰਦਾ। ਬੂੜ ਸਿੰਘ ਉੱਤੇ ਰਿਸ਼ਵਤ ਦਾ ਇੱਕ ਕੇਸ ਬਣ ਗਿਆ ਅਤੇ ਰਿਸ਼ਵਤ ਦੇ ਜ਼ੋਰ ਉੱਤੇ ਹੀ ਉਹ ਜਿੱਤ ਗਿਆ, ਪਰ ਉਸਦਾ ਰਿਕਾਰਡ ਗੰਦਾ ਹੋ ਗਿਆ। ਇੱਕ ਦਿਨ ਉਸ ਨੂੰ ਆਪਣੇ ਬਾਪ ਦੇ ਘੋੜੀ ਤੋਂ ਡਿੱਗ ਕੇ ਮਰਨ ਦੀ ਖਬਰ ਮਿਲੀ। ਉਹਨਾਂ ਘਰ ਆ ਕੇ
ਉਸ ਦਾ ਪਾਠ ਕਰਵਾਇਆ। ਮਾਲਣ ਨੇ ਆਪਣੇ ਪੇਕਿਆਂ ਤੋਂ ਕਿਸੇ ਨੂੰ ਨਾ ਸੱਦਿਆ, ਕਿਉਂਕਿ ਭਰਾ ਭਰਜਾਈ ਦੇ ਮਰਨ ਮਗਰੋਂ ਉੱਥੇ ਰਿਸ਼ਤੇਦਾਰੀ ਨਾ ਦੇ ਬਰਾਬਰ ਹੀ ਰਹਿ ਗਈ ਸੀ। ਸਤਵੰਤ ਹੁਣ 8ਵੀਂ ਜਮਾਤ ਵਿੱਚ ਤੇ ਜਗਰੂਪ 6ਵੀਂ ਜਮਾਤ ਵਿੱਚ ਪੜ੍ਹਦੀ ਸੀ। ਧੀ ਨੂੰ ਜਵਾਨ ਹੁੰਦਿਆਂ ਦੇਖ ਕੇ ਮਾਲਣ ਨੇ ਕੋਈ ਮੁੰਡਾ ਨਿਗਾਹ ਵਿੱਚ ਰੱਖਣ ਲਈ ਕਿਹਾ। ਬੂੜ ਸਿੰਘ ਚਾਹੁੰਦਾ ਸੀ ਕਿ ਮੁੰਡਾ ਸਰਕਾਰੀ ਨੌਕਰੀ ਲੱਗਾ ਹੋਵੇ, ਕਿਉਂਕਿ ਸਤਵੰਤ ਨੂੰ ਹਲਵਾਹ ਜੱਟਾਂ ਦੇ ਕੰਮਾਂ ਦਾ ਗਿਆਨ ਨਹੀਂ ਸੀ। ਅੰਤ ਬੂੜ ਸਿੰਘ ਨੂੰ ਇੱਕ ਮੁੰਡਾ ਲੱਭ ਗਿਆ, ਜਿਸ ਨੂੰ ਪੁਲਿਸ ਵਿੱਚ ASI ਲਿਆ ਗਿਆ ਸੀ। ਮੁੰਡੇ ਦੀਆਂ 2 ਮੰਗਾਂ ਸਨ। ਇੱਕ ਸੀ ਕੁੜੀ ਘੱਟੋ ਘੱਟ 10ਵੀਂ ਪਾਸ ਹੋਵੇ ਤੇ ਦੂਜੀ ਉਹ ਕੁੜੀ ਨੂੰ ਆਪ ਦੇਖਣਾ ਚਾਹੁੰਦਾ ਸੀ। ਅੰਤ ਫੈਸਲਾ ਹੋਇਆ ਕਿ ਕੁੜੀ ਨੂੰ ਮੁੰਡੇ ਦੇ ਮਾਤਾ ਪਿਤਾ ਦੇਖ ਲੈਣ। ਸ਼ਗਨ ਤੋਂ ਪਹਿਲਾਂ ਮੁੰਡੇ ਦੀ ਮਾਂ ਤੇ ਵੱਡੀ ਭੈਣ ਨੇ ਸਤਵੰਤ ਨੂੰ ਪਸੰਦ ਕਰ ਲਿਆ ਅਤੇ ਰਿਸ਼ਤਾ ਪੱਕਾ ਹੋ ਗਿਆ। ਸਤਵੰਤ ਪੜ੍ਹਾਈ ਵਿੱਚ ਹੁਸ਼ਿਆਰ ਸੀ ਅਤੇ ਉਸ ਦਾ ਅਸਰ ਜਗਰੂਪ ਉੱਤੇ ਵੀ ਪਿਆ। ਉਸਨੇ 2nd ਡਿਵੀਜ਼ਨ ਲੈ ਕੇ 10ਵੀਂ ਪਾਸ ਕਰ ਲਈ। ਪੱਕੀ ਤਰੀਕ ਬੰਨ੍ਹ ਕੇ ਵਿਆਹ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ। ਬੂੜ ਸਿੰਘ ਨੇ ਆਪਣਾ ਤਬਾਦਲਾ ਫਿਰੋਜ਼ਪੁਰ ਦਾ ਕਰਵਾ ਲਿਆ। ਵਿਆਹ ਕਰਨ ਲਈ ਮਹੀਨੇ ਦੀ ਛੁੱਟੀ ਲੈ ਕੇ ਉਹ ਨੂਰਪੁਰ ਆ ਗਏ। ਮਾਲਣ ਦੇ ਪਰਿਵਾਰ ਵਿੱਚ ਸਤਵੰਤ ਦਾ ਪਹਿਲਾ ਵਿਆਹ ਸੀ, ਇਸ ਕਰਕੇ ਨਾਨਕਿਆਂ ਨੂੰ ਬੁਲਾਉਣਾ ਜ਼ਰੂਰੀ ਸੀ। ਮਾਲਣ ਦੇ ਪੇਕੇ ਢਿੱਲਵੀਂ ਸਨ। ਬਾਟ ਦੀ ਦੂਰੀ ਕਰਕੇ ਮੇਲ ਮਿਲਾਪ ਘੱਟ ਹੀ ਹੁੰਦਾ ਸੀ, ਪਰੰਤੂ ਸਤਵੰਤ ਦੇ ਵਿਆਹ ਉੱਤੇ ਲੋਕ ਲੱਜਾ ਦੇ ਮੂੰਹ ਉਹਨਾਂ ਨੂੰ ਨਾਨਕੀ ਸ਼ੱਕ ਪੂਰਨ ਲਈ ਆਉਣਾ ਹੀ ਪਿਆ। ਘਰ ਵਿੱਚ ਮਠਿਆਈਆਂ ਬਣਨ ਲੱਗੀਆਂ ਤੇ ਲੰਮੀ ਹੇਕ ਦੇ ਗੀਤ ਸ਼ੁਰੂ ਹੋ ਗਏ। 14 ਸਾਲਾਂ ਦੀ ਹੁੰਦੜ-ਹੇਲ ਜਗਰੂਪ ਤੋਂ ਸਤਵੰਤ ਦੇ ਵਿਆਹ ਦੀ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ। ਉਹ ਕੰਮਾਂ ਵਿੱਚ ਲੱਗੀ ਤੇਜ਼ੀ ਨਾਲ ਇੱਧਰ ਉੱਧਰ ਘੁੰਮ ਰਹੀ ਸੀ। ਇੰਨੇ ਨੂੰ ਬਾਹਰ ਨਾਨਕਾ ਮੇਲ ਆਉਣ ਦਾ ਰੌਲਾ ਪੈ ਗਿਆ। ਆਪਣੇ ਚਾਚੇ ਦੇ ਪੁੱਤਾਂ ਭਰਾਵਾਂ ਤੇ ਭਰਜਾਈਆਂ ਨੂੰ ਦੇਖ ਕੇ ਮਾਲਣ ਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਅੱਥਰੂ ਵਗਣ ਲੱਗ ਪਏ। ਚਾਚੇ ਦੇ ਪੁੱਤ ਤੇ ਭਰਾ ਉਸ ਨੂੰ ਮੱਥਾ ਟੇਕ ਰਹੇ ਸਨ ਅਤੇ ਭਰਜਾਈਆਂ ਉਹਨਾਂ ਦੇ ਪੈਰੀਂ ਹੱਥ ਲਾ ਰਹੀਆਂ ਸਨ। ਵਿਹੜੇ ਵਿੱਚ ਆਉਂਦਿਆਂ ਹੀ ਉਸ ਦੀਆਂ ਭਰਜਾਈਆਂ ਪਹਿਲਾਂ ਜਗਰੂਪ ਨੂੰ ਮਿਲ ਪਈਆਂ ਅਤੇ ਉਸ ਦਾ ਮਹਾਂਦਰਾ ਪਛਾਣਦਿਆਂ ਮਾਲਣ ਨੂੰ ਪੁੱਛਣ ਲੱਗੀਆਂ, ਗੁਲਜ਼ਾਰੇ ਦੀ ਧੀ ਇਹੋ ਹੈ ਨਾ? ਇੱਕ ਨੇ ਜਗਰੂਪ ਨੂੰ ਬੁੱਕਲ ਵਿੱਚ ਲਿਆ ਅਤੇ ਰੋਣ ਲੱਗ ਪਈ। ਫਿਰ ਵੀ ਦੂਜੀ ਨੇ ਬਾਹਾਂ ਵਿੱਚ ਲੈ ਲਿਆ ਅਤੇ ਉਸ ਦੇ ਰੂਪ ਤੋਂ ਸਦਕੇ ਜਾਂਦੀਆਂ ਰੋ ਪਈਆਂ। ਮਾਲਣ ਦੇ ਚਾਚੇ ਦੇ ਭਰਾ ਪੁੱਤ ਵੀ ਉਸ ਨੂੰ ਗਲਵੱਕੜੀ ਵਿੱਚ ਲੈ ਕੇ ਪਿਆਰ ਦੇਣੋਂ ਨਾ ਰਹਿ ਸਕੇ। ਇਹ ਦੇਖ ਕੇ ਸਭ ਹੈਰਾਨ ਰਹਿ ਗਏ। ਮਾਲਣ ਦੇ ਇੱਕ ਭਰਾ ਨੇ ਉਸ ਦੀ ਪ੍ਰਸ਼ੰਸਾ ਕੀਤੀ। ਮਾਲਣ ਡੌਰ ਭੌਰ ਹੋਈ ਪਈ ਸੀ, ਪਰ ਬੂੜ ਸਿੰਘ ਗੁੱਸੇ ਨਾਲ ਭਰਿਆ ਪਿਆ ਸੀ। ਜਗਰੂਪ ਆਪਣੀ ਥਾਂ ਰੋਣ ਹੱਕੀ ਹੋਈ ਪਈ ਸੀ। ਇੱਕ ਤੋਂ ਦੂਜੀ ਬੁੱਕਲ ਵਿੱਚ ਜਾਂਦਿਆਂ ਉਸ ਦਾ ਦਮ ਘੁੱਟਿਆ ਜਾ ਰਿਹਾ ਸੀ। ਉਸ ਘਰ ਵਿੱਚ ਪਰਾਈ ਧੀ ਹੋਣ ਦੇ ਅਹਿਸਾਸ ਨੇ ਉਸ ਨੂੰ ਬੌਰੀ ਜਿਹੀ ਕਰ ਦਿੱਤਾ ਸੀ। ਉਹ ਹੈਰਾਨ ਸੀ ਕਿ 14 ਸਾਲਾਂ ਤੋਂ ਉਸਨੇ ਜੋ ਕੁਝ ਦੇਖਿਆ ਤੇ ਮਹਿਸੂਸ ਕੀਤਾ ਸੀ, ਉਹ ਸਭ ਕੁਝ ਗਲਤ ਕਿਵੇਂ ਹੋ ਗਿਆ। ਜਿਸ ਨੂੰ ਉਹ ਆਪਣੀ ਮਾਂ ਸਮਝਦੀ ਆ ਰਹੀ ਸੀ, ਉਹ ਇੱਕਦਮ ਭੂਆ ਕਿਵੇਂ ਬਣ ਗਈ ਸੀ। ਉਹ ਸਭ ਤੋਂ ਪਿੱਛਾ ਛੁਡਾ ਕੇ ਅਗਲੇ ਅੰਦਰ ਜਾ ਕੇ ਪਲੰਘ ਉੱਤੇ ਡਿੱਗ ਪਈ। ਉਸ ਦੇ ਮੂੰਹੋਂ ਇੱਕ ਚੀਖ ਨਹੀਂ ਸੀ ਨਿਕਲਦੀ। ਮਾਲਣ ਮੇਲ ਦੀ ਸੇਵਾ ਦੇ ਕੰਮ ਮੈਰੀ ਨੂੰ ਸੌਂਪ ਕੇ ਉਸ ਦੇ ਕੋਲ ਪੁੱਜੀ ਤੇ ਕਹਿਣ ਲੱਗੀ ਕਿ ਉਹ ਕਿਸੇ ਗੱਲ ਵੱਲ ਧਿਆਨ ਨਾ ਦੇਵੇ। ਉਹ ਉਸ ਨੂੰ ਬੜੇ ਮੋਹ ਨਾਲ ਤਸੱਲੀਆਂ ਦੇ ਰਹੀ ਸੀ, ਪਰੰਤੂ ਅੰਦਰੋਂ ਵਾਪਰੀ ਘਟਨਾ ਉੱਤੇ ਉਸ ਨੂੰ ਪੁੱਜ ਕੇ ਹੀ ਗੁੱਸਾ ਸੀ। ਮਾਂ ਨੂੰ ਰੋਂਦੀ ਦੇਖ ਕੇ ਜਗਰੂਪ ਦੀਆਂ ਭੁੱਬਾਂ ਨਿਕਲ ਗਈਆਂ ਤੇ ਉਹ ਉਸ ਨੂੰ ਕਹਿ ਰਹੀ ਸੀ ਕਿ ਉਸਨੇ ਉਸ ਨੂੰ ਮਾਰ ਕਿਉਂ ਨਾ ਦਿੱਤਾ। ਮਾਲਣ ਨੇ ਉਸ ਨੂੰ ਰੋ ਕੇ ਵਿਆਹ ਵਿੱਚ ਬਦਸ਼ਗਨੀ ਕਰਨ ਤੋਂ ਰੋਕਿਆ। ਇਸ ਸਥਿਤੀ ਵਿੱਚ ਜਗਰੂਪ ਖੁੱਲ੍ਹ ਕੇ ਰੋ ਵੀ ਨਾ ਸਕੀ ਤੇ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ।
ਸਾਰੇ ਵਿਆਹ ਵਿੱਚ ਮਾਲਣ ਦੁਆਰਾ ਜਗਰੂਪ ਨੂੰ ਪਾਲਣ ਦੀ ਘਟਨਾ ਜਨਾਨੀਆਂ ਦੀਆਂ ਗੱਲਾਂ ਦਾ ਦਿਲਚਸਪ ਵਿਸ਼ਾ ਬਣੀ ਰਹੀ। ਬੂੜ ਸਿੰਘ ਆਪਣੇ ਥਾਂ ਗੁੱਸੇ ਸੀ। ਮਾਲਣ ਚਾਹੁੰਦੀ ਸੀ ਕਿ ਵਿਆਹ ਦੇ ਦਿਨ ਕਿਸੇ ਤਰ੍ਹਾਂ ਠੀਕ ਠਾਕ ਬੀਤ ਜਾਣ। ਜਗਰੂਪ ਸਾਰਿਆਂ ਤੋਂ ਅੱਖ ਬਚਾ ਕੇ ਬਾਹਰ ਨਿਕਲ ਗਈ ਤੇ ਉਹ ਇੱਕ ਪੁਰਾਣੇ ਤਲਾਅ ਦੀਆਂ ਪੌੜੀਆਂ ਉੱਤੇ ਬੈਠ ਕੇ ਰੋਣ ਲੱਗ ਪਈ। ਉਸਨੇ ਸੋਚਿਆ ਕਿ ਜੇਕਰ ਇਸ ਤਲਾਅ ਵਿੱਚ ਪਾਣੀ ਹੁੰਦਾ ਤਾਂ ਉਹ ਇਸ ਵਿੱਚ ਛਾਲ ਮਾਰ ਕੇ ਮਰ ਜਾਂਦੀ। ਫਿਰ ਖੂਹ ਵਿੱਚ ਡੁੱਬ ਕੇ ਮਰਨ ਦੇ ਖਿਆਲ ਨਾਲ ਉਹ ਰੋਹੀ ਵਾਲੇ ਖੂਹ ਵੱਲ ਤੁਰ ਪਈ। ਦੂਜੇ ਪਾਸੇ ਇੱਕ ਗੋਲਾ ਚੱਲਣ ਦੀ ਆਵਾਜ਼ ਨਾਲ ਬਾਜਾ ਵੱਜਣਾ ਸ਼ੁਰੂ ਹੋ ਗਿਆ। ਉਹ ਵਿਆਹ ਉੱਤੇ ਮਰਨ ਦੀ ਬਦਸ਼ਗਨੀ ਨਾ ਕਰਨ ਬਾਰੇ ਸੋਚ ਕੇ ਘਰ ਵੱਲ ਮੁੜ ਪੈਂਦੀ ਹੈ। ਫਿਰ ਉਹ ਕੁਝ ਸੰਭਲ ਜਿਹੀ ਗਈ, ਪਰ ਸਾਰੇ ਵਿਆਹ ਵਿੱਚ ਘਰ ਆ ਕੇ ਉਹ ਬੇਜੀ ਕੋਲ ਜਾ ਕੇ ਮੁੜ ਰੋਣ ਲੱਗ ਪਈ। ਉਸ ਦੀਆਂ ਅੱਖਾਂ ਗਿੱਲੀਆਂ ਹੋ ਰਹੀਆਂ ਸਨ। 2 ਦਿਨ ਬਰਾਤੀਆਂ ਨੇ ਧਰਮਸ਼ਾਲਾ ਅਤੇ ਪਿੰਡ ਦੀਆਂ ਗਲੀਆਂ ਵਿੱਚ ਖੂਬ ਰੰਗ ਬੰਨ੍ਹੀ ਰੱਖਿਆ ਅਤੇ ਵਿਆਹ ਨਿਰਵਿਘਨ ਸਮਾਪਤ ਹੋ ਗਿਆ। ਵਿਆਹ ਤੋਂ ਪਿੱਛੋਂ ਮਾਲਣ ਦੀ ਇੱਛਾ ਸੀ ਕਿ ਬੂੜ ਸਿੰਘ ਉਸਨੂੰ ਜਗਰੂਪ ਦੇ ਸਾਹਮਣੇ ਕੁਝ ਨਾ ਕਹੇ, ਪਰ ਅਜਿਹਾ ਕੁਝ ਨਾ ਹੋਇਆ। ਉਸਨੇ ਜਗਰੂਪ ਦੇ ਸਾਹਮਣੇ ਹੀ ਗੱਲ ਕਰਨ ਦੀ ਜਿੱਦ ਕੀਤੀ। ਇਸ ਸਮੇਂ ਜਗਰੂਪ ਗੁਆਂਢੀਆਂ ਦੇ ਘਰੋਂ ਲਿਆਂਦੀਆਂ ਪਲੇਟਾਂ ਸਾਫ਼ ਕਰਕੇ ਗਿਣ ਰਹੀ ਸੀ। ਮਾਲਣ ਨੇ ਕਿਹਾ ਕਿ ਉਹ ਚਾਹੁੰਦੀ ਸੀ ਕਿ ਜਗਰੂਪ ਨੂੰ ਵੱਡੀ ਹੋਈ ਨੂੰ ਉਸਦੇ ਅਸਲ ਮਾਤਾ ਪਿਤਾ ਬਾਰੇ ਪਤਾ ਲੱਗੇ, ਕਿਉਂਕਿ ਮਾਂ ਪਿਓ ਵਾਰੀ ਧੀ ਦਾ ਰਿਸ਼ਤਾ ਲੈਣ ਤੋਂ ਲੋਕ ਇਨਕਾਰ ਕਰਦੇ ਹਨ। ਮਾਲਣ ਨੇ ਦੱਸਿਆ ਕਿ ਉਸ ਸਮੇਂ ਉਸਦੇ ਮੁੰਡਾ ਹੋਇਆ ਸੀ, ਭਾਵ ਕਿ ਜਦੋਂ ਜਗਰੂਪ ਦਾ ਜਨਮ ਹੋਇਆ। ਜਗਰੂਪ 1 ਮਹੀਨਾ ਬੇਟਾ ਮਾਲਣ ਦੇ ਬੇਟੇ ਦੇ ਨਾਲੋਂ ਵੱਡੀ ਸੀ। ਜਦੋਂ ਪਲੇਗ ਪਈ ਤਾਂ ਮਾਲਣ ਦੇ ਜਿਹੜੇ ਭਰਾ ਅਤੇ ਭਰਜਾਈ ਨੇ ਉਹਨਾਂ ਦੀ ਠੀਕ ਹੈ ਨਾ ਮੌਤ ਹੋ ਜਾਂਦੀ ਹੈ ਪਲੇਗ ਦੇ ਕਾਰਨ, ਅਤੇ ਮਾਲਣ ਹੈ ਜਿਹੜੀ ਆਪਣੀ ਭਤੀਜੀ ਦੀ ਦੇਖ ਰੇਖ ਖੁਦ ਕਰਦੀ ਹੈ। ਅਤੇ ਉਸ ਤੋਂ ਮਹੀਨਾ ਬਾਅਦ ਮਾਲਣ ਦੇ ਘਰ ਮਾਲਣ ਦੀ ਕੁੱਖੋਂ ਇੱਕ ਬੇਟਾ ਜਨਮ ਲੈਂਦਾ, ਜੋ ਕਿ ਘੰਟੇ 2 ਘੰਟਿਆਂ ਦੇ ਬਾਅਦ ਉਹ ਵੀ ਆਪਣੇ ਸਵਾਸ ਜਿਹੜਾ ਉਹ ਤਿਆਗ ਜਾਂਦਾ। ਉਸ ਨੂੰ ਗੁੱਸਾ ਚੜ੍ਹ ਗਿਆ ਅਤੇ ਉਸਨੇ ਕਿਹਾ ਕਿ ਮਾਵਾਂ ਮਾਰ ਦੇਣ ਲਈ ਬੱਚੇ ਨਹੀਂ ਜੰਮਦੀਆਂ, ਇਹ ਤਾਂ ਰੱਬ ਦਾ ਭਾਣਾ ਸੀ। ਬੂੜ ਸਿੰਘ ਨੇ ਕਿਹਾ ਕਿ ਉਸ ਨੂੰ ਜਲਦੀ ਹੀ ਪੇਕੀ ਜਾ ਕੇ ਜਗਰੂਪ ਦੇ ਹਿੱਸੇ ਦੀ ਜ਼ਮੀਨ ਦਾ ਫੈਸਲਾ ਕਰਕੇ ਆਉਣਾ ਪਵੇਗਾ। ਜੇਕਰ ਉਸਨੇ ਪਹਿਲਾਂ ਦੱਸਿਆ ਹੁੰਦਾ ਤਾਂ ਅੱਜ ਤੱਕ ਕੁੜੀ ਦੇ ਨਾਂ 'ਤੇ ਮੋਟੀ ਰਕਮ ਬੈਂਕ ਵਿੱਚ ਜਮ੍ਹਾਂ ਹੋਣੀ ਸੀ। ਮਾਲਣ ਨੇ ਕਦੇ ਜ਼ਮੀਨ ਬਾਰੇ ਨਹੀਂ ਸੀ ਸੋਚਿਆ। ਉਹ 14 ਵਰ੍ਹਿਆਂ ਪਿੱਛੋਂ ਚਾਚੇ ਦੇ ਪੁੱਤਾਂ ਭਰਾਵਾਂ ਨਾਲ ਜ਼ਮੀਨ ਬਾਰੇ ਝਗੜਾ ਕਿਵੇਂ ਕਰ ਸਕਦੀ ਸੀ। ਨਾ ਹੀ ਉਹ ਇਹ ਝਗੜਾ ਕਰਨਾ ਚਾਹੁੰਦੀ ਸੀ। ਉਹ ਇਹ ਗੱਲ ਕਰਨ ਲਈ ਨਾ ਮੰਨੀ। ਗੁੱਸੇ ਵਿੱਚ ਆ ਕੇ ਬੂੜ ਸਿੰਘ ਨੇ ਕਿਹਾ ਕਿ ਉਸਨੇ ਹੁਣ ਤੱਕ ਜੋ ਖਰਚਾ ਕਰਨਾ ਸੀ ਉਹ ਕਰ ਦਿੱਤਾ ਹੈ, ਅੱਗੋਂ ਕੁੜੀ ਦੇ ਵਿਆਹ ਉੱਤੇ ਕੋਈ ਖਰਚਾ ਨਹੀਂ ਕਰੇਗਾ। ਇਹ ਕਹਿ ਕੇ ਉਹ ਨਾਸਾਂ ਫੰਕਾਰਦਾ ਹੋਇਆ ਬਾਹਰ ਨਿਕਲ ਗਿਆ। ਜਗਰੂਪ ਮੰਜੇ ਉੱਤੇ ਬੈਠੀ ਸਿਸਕੀਆਂ ਭਰ ਰਹੀ ਸੀ। ਮਾਲਣ ਨੂੰ ਇਸ ਸਮੇਂ ਭਾਵੇਂ ਆਪ ਨੂੰ ਹਮਦਰਦੀ ਦੀ ਲੋੜ ਸੀ, ਪਰੰਤੂ ਉਸਨੇ ਜਗਰੂਪ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਉਹ ਉਸ ਦਾ ਸਾਥ ਨਹੀਂ ਛੱਡੇਗੀ ਅਤੇ ਉਹ ਦੋਵੇਂ ਰਲ ਕੇ ਹੀ ਇਸ ਦੁੱਖ ਦੀ ਘੜੀ ਨੂੰ ਸਹਿਣਗੀਆਂ। ਦੁਖੀ ਹੋਈ ਜਗਰੂਪ ਕਹਿ ਰਹੀ ਸੀ ਕਿ ਉਸਨੇ ਹੁਣ ਮਰ ਜਾਣਾ ਹੈ। ਮਾਲਣ ਨੇ ਦੁਖੀ ਹੋ ਕੇ ਕਿਹਾ ਕਿ ਉਸਨੇ ਉਸਨੂੰ ਬਹੁਤ ਕਸ਼ਟਾਂ ਨਾਲ ਪਾਲਿਆ ਹੈ, ਪਰ ਅਜਿਹਾ ਕਹਿ ਕੇ ਉਹ ਉਸ ਦੀ ਮਿਹਨਤ ਨੂੰ ਖੇਹ ਵਿੱਚ ਰਲਾਉਣ ਲੱਗੀ ਹੈ। ਇਸ ਤਰ੍ਹਾਂ ਦੁੱਖ ਦਰਦ ਨਾਲ ਕਰਾਹ ਰਹੀ ਮਾਲਣ ਦੀ ਹਾਲਤ ਨੇ ਜਗਰੂਪ ਨੂੰ ਝੰਜੋੜ ਦਿੱਤਾ। ਮਾਲਣ ਨੇ ਹੋਰ ਕਿਹਾ ਕਿ ਉਹ ਨਹੀਂ ਜਾਣਦੀ ਕਿ ਉਸ ਦਾ ਉਸ ਵਿੱਚ ਕਿੰਨਾ ਮੋਹ ਹੈ। ਉਸਨੇ ਉਸ ਦੀ ਪਾਲਣਾ ਕਰਦਿਆਂ ਕਿਸੇ ਦੀ ਪਰਵਾਹ ਨਹੀਂ ਸੀ ਕੀਤੀ, ਪਰ ਉਹ ਮੁਟਿਆਰ ਹੋ ਕੇ ਉਸ ਨੂੰ ਇਹ ਕੁਝ ਦੇਣ ਲੱਗੀ ਹੈ ਜੋ ਉਸ ਨੂੰ ਕਿਸੇ ਦੁਸ਼ਮਣ ਨੇ ਵੀ ਨਹੀਂ ਸੀ ਕਦੇ ਦਿੱਤਾ। ਇਹ ਕਹਿੰਦੀ ਮਾਲਣ ਨੂੰ ਜਗਰੂਪ ਨੇ ਕਿਹਾ ਕਿ ਉਹ ਉਸ ਤੋਂ ਮਾਫ਼ੀ ਚਾਹੁੰਦੀ ਹੈ, ਉਹ ਭੁੱਲ ਕੇ ਵੀ ਅਜਿਹਾ ਨਹੀਂ ਕਰੇਗੀ। ਇਹ ਸੁਣ ਕੇ ਜਗਰੂਪ ਨੂੰ ਕਿਹਾ ਕਿ ਉਹ ਉੱਠ ਕੇ ਘਰ ਦੀ ਸਫਾਈ ਕਰੇ ਅਤੇ ਸ਼ਾਮੀਂ ਘਰ ਵਿੱਚ ਆਈ ਸਤਵੰਤ ਅਤੇ ਕਿਸੇ ਸਹੇਲੀ ਨੂੰ ਇਸ ਗੱਲ ਬਾਰੇ ਪਤਾ ਨਹੀਂ ਲੱਗਣ ਦੇਵੇਗੀ।
ਅਸਲੀਅਤ ਪ੍ਰਗਟ ਹੋਣ ਤੋਂ ਮਗਰੋਂ ਘਰ ਵਿੱਚ ਜਗਰੂਪ ਦਾ ਨਿਰਾਦਰ ਹੋਣਾ ਸ਼ੁਰੂ ਹੋ ਗਿਆ। ਬੂੜ ਸਿੰਘ, ਸਤਵੰਤ ਤੇ ਹਰਨੇਕ ਜਗਰੂਪ ਦੇ ਨਾਲ ਮਾਲਣ ਨੂੰ ਵੀ ਨਫ਼ਰਤ ਕਰਨ ਲੱਗ ਪਏ, ਕਿਉਂਕਿ ਉਸਦੇ ਜਗਰੂਪ ਨਾਲ ਪਿਆਰ ਵਿੱਚ ਕੋਈ ਫਰਕ ਨਹੀਂ ਸੀ ਪਿਆ। ਹੁਣ ਜਗਰੂਪ ਨੂੰ ਤਿੱਖੀਆਂ ਤੱਤੀਆਂ ਗੱਲਾਂ ਦੇ ਨਾਲ, ਤਾਨਿਆਂ ਨਾਲ ਵੀ ਸਾੜਿਆ ਜਾਣ ਲੱਗਿਆ। ਸਤਵੰਤ ਇਸ ਕੰਮ ਵਿੱਚ ਪਿਓ ਨਾਲੋਂ ਵੀ ਅੱਗੇ ਸੀ, ਕਿਉਂਕਿ ਉਸਨੂੰ ਸਹੁਰੇ ਘਰ ਵਿੱਚੋਂ ਆਸ ਮੁਤਾਬਕ ਮਾਣ ਨਹੀਂ ਸੀ ਮਿਲਿਆ। ਨਾਲ ਹੀ ਸਹੁਰਿਆਂ ਵੱਲੋਂ ਢੋਆ ਢਵਾਈ ਵਿੱਚ ਉਸਨੂੰ ਜਗਰੂਪ ਦੀ ਹੋਂਦ ਅੱਧ ਦੀ ਸ਼ਰੀਕ ਜਾਪਦੀ ਸੀ। ਮਾਲਣ ਸਤਵੰਤ ਦੀ ਲੁਤਰ ਚੱਲਦੀ ਜ਼ੁਬਾਨ ਨੂੰ ਰੋਕ ਦਿੰਦੀ। ਬੂੜ ਸਿੰਘ ਹਾਲੇ ਵੀ ਜਗਰੂਪ ਵਾਲੀ ਜ਼ਮੀਨ ਲੈਣੀ ਚਾਹੁੰਦਾ ਸੀ, ਪਰ ਮਾਲਣ ਇਸ ਗੱਲ ਲਈ ਬਿਲਕੁਲ ਵੀ ਰਾਜ਼ੀ ਨਹੀਂ ਸੀ। ਉਹ ਸਮਝਦਾ ਸੀ ਕਿ ਜੇਕਰ ਜ਼ਮੀਨ ਮਿਲ ਜਾਵੇ ਤਾਂ ਹਰ ਸਾਲ 2000 ਰੁਪਏ ਪ੍ਰਾਪਤ ਹੋ ਸਕਦੇ ਹਨ। ਜਗਰੂਪ ਨੇ ਬੜੀ ਮੁਸ਼ਕਲ ਨਾਲ 9ਵੀਂ ਜਮਾਤ ਪਾਸ ਕੀਤੀ ਤੇ 10ਵੀਂ ਦੇ ਅੱਧ ਵਿੱਚ ਇਹ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਬੂੜ ਸਿੰਘ ਨੇ ਉਸ ਦੀ ਫੀਸ ਦਾ ਖਰਚਾ ਦੇਣ ਤੋਂ ਇਨਕਾਰ ਕਰ ਦਿੱਤਾ। ਉਸਨੇ ਮਾਲਣ ਨੂੰ ਕਿਹਾ ਕਿ ਜੇਕਰ ਉਹ ਉਸ ਕੁੜੀ ਨੂੰ ਪੜ੍ਹਾਉਣਾ ਚਾਹੁੰਦੀ ਹੈ ਤਾਂ ਉਹ ਉਸ ਦੀ ਜ਼ਮੀਨ ਜਾਇਦਾਦ ਦਾ ਕੋਈ ਨਾ ਕੋਈ ਫੈਸਲਾ ਜਿਹੜਾ ਉਹ ਕਰੇ। ਉਸਨੇ ਪੁੱਛ ਪੜਤਾਲ ਕਰਕੇ ਵਕੀਲ ਦੀ ਰਾਏ ਅਨੁਸਾਰ ਜ਼ਮੀਨ ਜਾਇਦਾਦ ਦਾ ਕਬਜ਼ਾ ਲੈਣ ਦੀ ਸਲਾਹ ਕੀਤੀ। ਉਸਨੇ ਹੋਰ ਕਿਹਾ ਕਿ ਜੇਕਰ ਉਸਨੇ ਆਪਣੀ ਅੜੀ ਨਹੀਂ ਛੱਡਣੀ ਤਾਂ ਉਹ ਕੁੜੀ ਦਾ ਵਿਆਹ ਵੀ ਨਹੀਂ ਕਰੇਗਾ। ਬੂੜ ਸਿੰਘ ਕੀ ਕਹਿੰਦਾ ਜੇਕਰ ਮਾਲਣ ਨੇ ਕਿਸੇ ਪ੍ਰਕਾਰ ਦੀ ਜਿਹੜੀ ਅੜੀ ਨਾ ਛੱਡੀ ਤਾਂ ਉਹ ਉਸ ਦੇ ਵਿਆਹ ਉੱਤੇ ਖਰਚਾ ਵੀ ਬਿਲਕੁਲ ਨਹੀਂ ਕਰੇਗਾ। ਮਾਲਣ ਨੇ ਬੂੜ ਸਿੰਘ ਦੀ ਗੱਲ ਨਾ ਮੰਨੀ ਤੇ ਜਗਰੂਪ ਪੜ੍ਹਨੋਂ ਹਟ ਗਈ। ਮਾਲਣ ਨੂੰ ਉਸਦੇ ਵਿਆਹ ਦਾ ਫਿਕਰ ਸੀ। ਸ਼ਹਿਰ ਵਿੱਚ ਜਦੋਂ ਕੋਈ ਵੀ ਨਵੀਂ ਫਿਲਮ ਆਉਂਦੀ ਤਾਂ ਸਤਵੰਤ ਜਗਰੂਪ ਨੂੰ ਛੱਡ ਕੇ ਹਰਨੇਕ ਨੂੰ ਨਾਲ ਲੈ ਜਾਂਦੀ। ਇਸ ਨਾਲ ਛੋਟੀ ਉਮਰ ਵਿੱਚ ਹੀ ਉਸ ਉੱਤੇ ਫਿਲਮਾਂ ਦਾ ਅਜਿਹਾ ਪ੍ਰਭਾਵ ਪਿਆ ਕਿ ਉਹ ਘਰੋਂ ਪੈਸੇ ਚੋਰੀ ਕਰਨ ਲੱਗ ਪਿਆ। ਮਾਲਣ ਜਗਰੂਪ ਨੂੰ 3-4 ਮਹੀਨਿਆਂ ਮਗਰੋਂ ਕੋਈ ਧਾਰਮਿਕ ਫਿਲਮ ਵਿਖਾ ਲਿਆਉਂਦੀ। ਜਗਰੂਪ ਘਰ ਦੇ ਕਲੇਸ਼ ਕਾਰਨ ਬੇਸ਼ੱਕ ਬਹੁਤ ਉਦਾਸ ਰਹਿੰਦੀ ਸੀ, ਪਰ 17ਵੇਂ ਸਾਲ ਤੱਕ ਪੁੱਜਦਿਆਂ ਉਸ ਦੇ ਨੈਣ ਨਕਸ਼ ਖਿੜ ਗਏ ਸਨ। ਸਤਵੰਤ ਨੂੰ ਆਪਣਾ ਰੰਗ ਰੂਪ ਜਗਰੂਪ ਦਾ ਵਰਗਾ ਨਾ ਹੋਣ ਕਰਕੇ ਵੀ ਉਸ ਨਾਲ ਸਾੜਾ ਸੀ। ਉਸ ਦਾ ਪਤੀ ਮਨਮੋਹਨ ਸਿੰਘ ਉਸ ਦੇ ਮੂੰਹ ਉੱਤੇ ਹੀ ਜਗਰੂਪ ਦੀਆਂ ਤਾਰੀਫਾਂ ਕਰਦਾ ਰਹਿੰਦਾ ਸੀ। ਜੀਜਾ ਜਗਰੂਪ ਪ੍ਰਤੀ ਹਮਦਰਦ ਸੀ, ਪਰ ਉਹ ਇਸ ਦਾ ਮਤਲਬ ਸਮਝਦੀ ਹੋਈ ਉਸ ਤੋਂ ਦੂਰ ਰਹਿੰਦੀ ਸੀ। ਇਸ ਵਾਰੀ ਜਦੋਂ ਉਹ ਘਰ ਬੈਠਕ ਵਿੱਚ ਬੈਠੇ ਮਨਮੋਹਨ ਸਿੰਘ ਨੂੰ ਸਤਿ ਸ਼੍ਰੀ ਅਕਾਲ ਬੁਲਾਉਣ ਲਈ ਗਈ ਤਾਂ ਉਸਨੇ ਉਸ ਪ੍ਰਤੀ ਆਸ਼ਕੀ ਦੇ ਭਾਵ ਪ੍ਰਗਟ ਕੀਤੇ, ਜਿਸ ਦੇ ਪ੍ਰਤੀਕਰਮ ਵਜੋਂ ਉਹ ਇੱਕਦਮ ਬਾਹਰ ਨਿਕਲ ਗਈ ਤਾਂ ਅੱਗੋਂ ਕੰਧ ਨਾਲ ਲੱਗ ਕੇ ਘੂਰਦੀ ਸਤਵੰਤ ਨੂੰ ਦੇਖ ਕੇ ਉਸ ਦੀ ਹੋਸ਼ ਹੀ ਮਾਰੀ ਗਈ। ਉਹ ਕੁਆਟਰ ਦੇ ਪਿਛਵਾੜੇ ਚਲੀ ਗਈ। ਇਸ ਸਮੇਂ ਸਤਵੰਤ ਨੇ ਉਸ ਦੇ ਚਰਿੱਤਰ ਬਾਰੇ ਕੁਝ ਸ਼ਬਦ ਬੋਲੇ ਤਾਂ ਬੇਜੀ ਨੇ ਉਸ ਨੂੰ ਸਖਤੀ ਨਾਲ ਝਿੜਕਦਿਆਂ ਰੋਕ ਦਿੱਤਾ। ਜਗਰੂਪ ਰੋਣੋਂ ਨਾ ਰਹਿ ਸਕੀ। ਉਹ ਸੋਚ ਰਹੀ ਸੀ ਕਿ ਜੇਕਰ ਉਹ ਸਤਿ ਸ਼੍ਰੀ ਅਕਾਲ ਨਾ ਕਹਿਣ ਜਾਂਦੀ ਤਾਂ ਇਸੇ ਸਤਵੰਤ ਨੇ ਕਹਿਣਾ ਸੀ ਕਿ ਉਹ ਘਰ ਆਇਆਂ ਨੂੰ ਦੇਖ ਕੇ ਨਹੀਂ ਸਿਖਾਉਂਦੀ। ਹੁਣ ਉਹ ਹੌਂਕੇ ਲੈ ਰੋ ਰਹੀ ਸੀ। ਇੰਨੇ ਨੂੰ ਉਸਨੇ ਦੇਖਿਆ ਕਿ ਸੜਕ ਦੇ ਕੋਲੋਂ ਇੱਕ ਨੌਜਵਾਨ ਉਸ ਨੂੰ ਦੇਖ ਕੇ ਰੁਕ ਗਿਆ। ਉਹ ਸ਼ਾਇਦ ਕਿਤਿਓਂ ਹਾਕੀ ਖੇਡ ਕੇ ਆ ਰਿਹਾ ਸੀ। ਉਸਨੇ ਲਾਲ ਪੱਟੀ ਵਾਲੀ ਸਫੈਦ ਨਿੱਕਰ ਪਾਈ ਹੋਈ ਸੀ। ਜਗਰੂਪ ਨੂੰ ਜਾਪਿਆ ਜਿਵੇਂ ਉਹ ਉਸਨੂੰ ਪੁੱਛ ਰਿਹਾ ਹੋਵੇ ਕਿ ਉਸਨੂੰ ਕੀ ਦੁੱਖ ਹੈ, ਉਹ ਕਿਉਂ ਰੋ ਰਹੀ ਹੈ। ਨੌਜਵਾਨ ਨੇ ਅੱਗੇ ਜਾ ਕੇ ਫਿਰ ਮੁੜ ਕੇ ਦੇਖਿਆ, ਪਰ ਜਗਰੂਪ ਉੱਥੇ ਹੀ ਖੜੀ ਰੋ ਰਹੀ ਸੀ। ਇਸ ਤਰ੍ਹਾਂ ਕੁਝ ਦਿਨ ਬੀਤ ਗਏ। ਜਗਰੂਪ ਨੂੰ ਉਸ ਨੌਜਵਾਨ ਦੀ ਤੱਕਣੀ ਭੁੱਲਦੀ ਨਹੀਂ ਸੀ। ਉਸ ਦਾ ਦਿਲ ਕਰਦਾ ਸੀ ਕਿ ਉਹ ਮੁੜ ਘਰ ਦੇ ਪਿਛਵਾੜੇ ਜਾ ਕੇ ਉਸ ਨੌਜਵਾਨ ਨੂੰ ਦੇਖੇ। ਉਸ ਦੇ ਮਨ ਵਿੱਚ ਬੇਕਰਾਰੀ ਜਿਹੀ ਪੈਦਾ ਹੋ ਰਹੀ ਸੀ। ਇੱਕ ਦਿਨ ਜਦੋਂ ਉਹ ਘਰ ਦੇ ਪਿਛਵਾੜੇ ਗਈ ਤਾਂ ਨੌਜਵਾਨ ਠੀਕ ਸਮੇਂ 'ਤੇ ਆ ਗਿਆ। ਇੱਕ ਵਾਰੀ ਉਹਨਾਂ ਦੀਆਂ ਨਜ਼ਰਾਂ ਸਾਂਝੀਆਂ ਹੋਈਆਂ। ਉਹ ਉਸ ਬਾਰੇ ਸੋਚਦੀ ਰਹੀ, ਪਰ ਫਿਕਰ ਵਿੱਚ ਉਸ ਨੂੰ ਆਪਣਾ ਇਹ ਰਵੱਈਆ ਗਲਤ ਪ੍ਰਤੀਤ ਹੋਇਆ।
ਉਸਨੇ ਬੇਜੀ ਤੋਂ ਡਰਦਿਆਂ ਮੁੜ ਘਰ ਦੇ ਪਿਛਵਾੜੇ ਨਾ ਜਾਣ ਦਾ ਫੈਸਲਾ ਕੀਤਾ। ਹੁਣ ਬੇਜੀ ਉਹਦੇ ਨਾਲ ਗਈ ਸੀ, ਉਹਦੀ ਬੀਜੀ, ਉਹਦੀ ਆਪਾਂ ਭੂਆ ਜੀ ਕਹਿ ਸਕਦੇ ਹਾਂ, ਮਾਲਣ। ਉਸਨੇ ਉਸ ਨੂੰ ਦੇਖਦੇ ਹੋਏ ਝਿੜਕਤਾ ਸੀ, ਤਾਂ ਕਰਕੇ ਉਹ ਹੁਣ ਨਾ ਜਾਣ ਦਾ ਫੈਸਲਾ ਲੈਂਦੀ ਹੈ। ਲੰਘਦੇ ਨੌਜਵਾਨ ਨੇ ਕਦੇ ਕੋਈ ਹੋਛੀ ਹਰਕਤ ਨਹੀਂ ਸੀ ਕੀਤੀ। ਉਹ ਖਾਮੋਸ਼ ਤੱਕਦਾ ਲੰਘ ਜਾਂਦਾ। ਜਗਰੂਪ ਹਰ ਰੋਜ਼ ਆਪਣੇ ਮਨ ਦੇ ਆਖੇ ਵਿੱਚ ਰਹਿਣ ਦੀ ਪ੍ਰਤੀਗਿਆ ਕਰਦੀ, ਪਰੰਤੂ ਸ਼ਾਮ ਪੈਂਦਿਆਂ ਹੀ ਉਸਦੇ ਜਜ਼ਬੇ ਬੇਕਾਬੂ ਹੋ ਜਾਂਦੇ। ਨੌਜਵਾਨ ਦੀ ਬਾੜ ਦੇ ਲਾਗਿਓਂ ਹੋ ਕੇ ਲੰਘਣ ਲੱਗ ਪਿਆ। ਇੱਕ ਦਿਨ ਜਦੋਂ ਉਦਾਸ ਜਗਰੂਪ ਨੇ ਲੰਘਦੇ ਨੌਜਵਾਨ ਨੂੰ ਅੱਖ ਪੁੱਟ ਕੇ ਵੀ ਨਾ ਦੇਖਿਆ, ਤਾਂ ਦੂਜੇ ਦਿਨ ਨੌਜਵਾਨ ਨੇ ਗੁਲਾਬ ਦੀ ਬਾੜ ਉੱਤੋਂ ਇੱਕ ਚਿੱਠੀ ਸੁੱਟੀ ਤੇ ਸਾਊਆਂ ਵਾਂਗ ਅੱਗੇ ਲੰਘ ਗਿਆ। ਇਹ ਦੇਖ ਕੇ ਜਗਰੂਪ ਘਬਰਾ ਗਈ। ਉਸ ਨੂੰ ਗੁੱਸਾ ਵੀ ਆਇਆ ਤੇ ਚਿੱਠੀ ਚੱਪਲੀ ਹੇਠ ਮਲ ਕੇ ਸੁੱਟ ਦਿੱਤੀ। ਫਿਰ ਉਸਨੇ ਚੁੱਕ ਕੇ ਪੜ੍ਹ ਲਈ, ਜਿਸ ਵਿੱਚ ਸਿਰਫ ਇਹ 2 ਲਾਈਨਾਂ ਲਿਖੀਆਂ ਹੋਈਆਂ ਸਨ ਕਿ ਜੇਕਰ ਉਸ ਨੂੰ ਕੋਈ ਦੁੱਖ ਹੈ ਤਾਂ ਉਹ ਉਸ ਨੂੰ ਦੱਸ ਦੇਵੇ, ਉਹ ਜਾਨ ਵਾਰ ਕੇ ਵੀ ਉਸ ਨੂੰ ਦੂਰ ਕਰੇਗਾ। ਚਿੱਠੀ ਉੱਤੇ ਕੋਈ ਨਾਂ ਨਹੀਂ ਸੀ। ਉਸ ਨੂੰ ਚਿੱਠੀ ਵਿੱਚ ਇੱਕ ਹਮਦਰਦ ਜ਼ਰੂਰ ਦਿਸ ਪਿਆ ਸੀ। ਹਾਂਜੀ, ਇਸ ਚਿੱਠੀ ਦੇ ਵਿੱਚ ਉਹਨੂੰ ਇੱਕ ਹਮਦਰਦ ਦਿਲ ਹੈ ਜਿਹੜਾ ਉਹ ਜ਼ਰੂਰ ਦਿਸ ਪੈਂਦਾ। ਇੱਕ ਹਮਦਰਦ ਇਨਸਾਨ ਜਿਸ ਦੀ ਉਹ ਭਾਲ ਵਿੱਚ ਸੀ, ਉਹਨੂੰ ਮਿਲ ਜਾਂਦਾ। ਇਹਨਾਂ ਦਿਨਾਂ ਵਿੱਚ ਹੀ ਮਿਲਟਰੀ ਅਤੇ ਕਾਲਜ ਵਾਲਿਆਂ ਵਿਚਕਾਰ ਹਾਕੀ ਦਾ ਇੱਕ ਮੈਚ ਆ ਗਿਆ। ਇਸ ਨੂੰ ਦੇਖਣ ਲਈ ਕੈਨਾਲ ਕਲੋਨੀ ਦੀਆਂ ਜਨਾਨੀਆਂ ਦੇ ਨਾਲ ਜਗਰੂਪ ਸਮੇਤ ਮਾਲਣ ਵੀ ਹੈਰਨ ਪਾਰਕ ਵਿੱਚ ਪਹੁੰਚੀ। ਜਗਰੂਪ ਨੂੰ ਪੂਰੀ ਆਸ ਸੀ ਕਿ ਉਹ ਨੌਜਵਾਨ ਵੀ ਇਸ ਮੈਚ ਵਿੱਚ ਜ਼ਰੂਰ ਖੇਡੇਗਾ। ਜਦੋਂ ਹੱਥ ਸਿੱਧੇ ਕਰ ਰਹੇ ਸਨ ਤਾਂ ਇੱਕ ਕਾਲਜੀਏਟ ਖਿਡਾਰੀ ਨੇ ਹਿੱਟ ਜਨਾਨੀਆਂ ਵੱਲ ਮਾਰ ਦਿੱਤੀ। ਜਗਰੂਪ ਹੋਰਾਂ ਵੱਲ ਸਿੱਧੀ ਆ ਰਹੀ ਬਾਲ ਨੂੰ ਝੱਟ ਹੀ ਕਿਸੇ ਨੌਜਵਾਨ ਨੇ ਪਿਛਵਾੜਿਓਂ ਨਿਕਲ ਕੇ ਰੋਕ ਲਿਆ ਸੀ, ਤਾਂ ਉਸ ਨੂੰ ਦੇਖ ਕੇ ਜਗਰੂਪ ਪ੍ਰਸੰਨ ਹੋ ਗਈ। ਜਗਰੂਪ ਦੀਆਂ ਨਜ਼ਰਾਂ ਉਸ ਨੌਜਵਾਨ ਨਾਲ ਮਿਲਣ ਲੱਗੀਆਂ। ਫਿਰ ਖੇਡ ਸ਼ੁਰੂ ਹੋ ਗਈ। ਜਦੋਂ ਬਾਲ ਉਸ ਨੌਜਵਾਨ ਦੇ ਹੱਥ ਆਈ ਤਾਂ ਉਹ ਵਿਰੋਧੀ ਤੋਂ ਬਾਲ ਟਪਾ ਕੇ ਅੱਗੇ ਵਧਾਉਣ ਲੱਗਾ, ਤਾਂ ਕਾਲਜੀਏਟ ਦਰਸ਼ਕਾਂ ਨੇ ਸ਼ਾਬਾਸ਼ੇ ਕੇਸਰ, ਸ਼ਾਬਾਸ਼ੇ ਕੇਸਰ ਪੁਕਾਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਜਗਰੂਪ ਨੂੰ ਪਤਾ ਲੱਗਾ ਕਿ ਉਸ ਨੌਜਵਾਨ ਦਾ ਨਾਮ ਕੇਸਰ ਹੈ। ਉਹ ਕਈ ਵਾਰ ਬਾਲ ਨੂੰ ਡੀ ਤੱਕ ਪਹੁੰਚਾਉਣ ਵਿੱਚ ਕਾਮਯਾਬ ਰਿਹਾ, ਪਰ ਉਸਦੇ ਸਾਥੀਆਂ ਨੇ ਅੱਗੋਂ ਕੁਝ ਨਾ ਕੀਤਾ। ਇਸ ਵਾਰ ਦੌੜ ਕੇ ਆਉਂਦੇ ਕੇਸਰ ਨੇ ਜਗਰੂਪ ਨਾਲ ਅੱਖਾਂ ਮਿਲਾਉਣ ਦੀ ਜੁਰਤ ਕਰ ਲਈ। ਜਗਰੂਪ ਅੱਗੋਂ ਮੁਸਕਰਾ ਪਈ। ਮਾਲਣ ਨੇ ਮੁਸਕਰਾਉਂਦਿਆਂ ਜਗਰੂਪ ਨੂੰ ਦੇਖ ਲਿਆ ਅਤੇ ਉਸ ਵੱਲ ਘੂਰੀ ਵੱਟੀ, ਤਾਂ ਜਗਰੂਪ ਪਾਣੀ ਹੋ ਗਈ। ਉਹ ਬੇਜੀ ਨੂੰ ਪਤਾ ਲੱਗ ਜਾਣ ਬਾਰੇ ਸੋਚ ਕੇ ਕੰਬ ਗਈ। ਮਾਲਣ ਦਾ ਜਗਰੂਪ ਵਿੱਚ ਜੋ ਪੱਕਾ ਵਿਸ਼ਵਾਸ ਸੀ, ਉਹ ਉਸ ਨੂੰ ਕਿਸੇ ਮੁੰਡੇ ਵੱਲ ਦੇਖ ਕੇ ਮੁਸਕਰਾਉਂਦਿਆਂ ਵੇਖ ਕੇ ਟੁੱਟ ਗਿਆ ਸੀ। ਉਸਨੇ ਪਹਿਲੀ ਵਾਰ ਜਗਰੂਪ ਨੂੰ ਪਾਲਣਾ ਦਾ ਪਛਤਾਵਾ ਮਹਿਸੂਸ ਕੀਤਾ। ਉਸਨੇ ਜਗਰੂਪ ਨੂੰ ਇੱਕ ਬਾਰੀ ਵਿੱਚ ਫਿਰ ਪਰਖਣ ਲਈ ਜਾਸੂਸਾਂ ਵਾਂਗ ਆਪਣਾ ਆਪ ਓਪਰਾ ਜਿਹਾ ਬਣਾ ਲਿਆ, ਪਰ ਹੁਣ ਜਗਰੂਪ ਨੇ ਕੇਸਰ ਵੱਲ ਵੇਖਣ ਤੋਂ ਆਪਣੇ ਆਪ ਨੂੰ ਰੋਕ ਲਿਆ ਸੀ। ਹੁਣ ਜਗਰੂਪ ਹੈ ਜਿਹੜੀ ਉਹ ਉਸ ਨੂੰ ਦੇਖਣ ਤੋਂ ਆਪਣੇ ਆਪ ਨੂੰ ਸੰਭਾਲ ਰਹੀ ਹੈ, ਭਾਵ ਕਿ ਉਸ ਨੂੰ ਕੇਸਰ ਨੂੰ ਬਿਲਕੁਲ ਵੀ ਦੇਖ ਨਹੀਂ ਰਹੀ। ਪਰ ਜਿਹੜੀ ਮਾਲਣ ਹੈ ਉਹ ਆਪਣੇ ਆਪ ਨੂੰ ਇੱਕ ਅਣਜਾਣ ਦੀ ਤਰ੍ਹਾਂ, ਭਾਵ ਕਿ ਉਸ ਨੂੰ ਪਤਾ ਨਹੀਂ ਲੱਗਿਆ ਕਿ ਉਸ ਨੇ ਕੇਸਰ ਦੇ ਨਾਲ ਮੁਸਕਰਾਹਟ ਹੈ ਜਿਹੜੀ ਉਹ ਮਿਲਾਈ ਹੈ। ਇਸ ਕਰਕੇ ਉਹ ਅਣਜਾਣ ਬੈਠ ਕੇ ਉਸ ਨੂੰ ਦੁਬਾਰਾ ਤੋਂ ਪਰਖਣਾ ਚਾਹੁੰਦੀ ਹੈ। ਬਾਕੀ ਅਗਲੇ ਲੈਕਚਰ ਦੇ ਵਿੱਚ ਕਰਾਂਗੇ ਜੀ। ਧੰਨਵਾਦ।